ਗੁੱਡ ਮਾਰਨਿੰਗ ਸਟੂਡੈਂਟਸ। ਪ੍ਰੀਵੀਅਸ ਲੈਕਚਰ ਦੇ ਵਿੱਚ ਅਸੀਂ ਕੰਪੈਰੀਟਿਵ ਸਟੇਟਮੈਂਟਸ ਬਣਾਉਣੀਆਂ ਸਿੱਖੀਆਂ ਸੀ ਤੇ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕਾਮਨ ਸਾਈਜ਼ ਸਟੇਟਮੈਂਟ ਬਣਾਉਣੀਆਂ ਸਿੱਖਾਂਗੇ। ਕੰਪੈਰੀਟਿਵ ਸਟੇਟਮੈਂਟ ਦੇ ਵਾਂਗ ਕਾਮਨ ਸਾਈਜ਼ ਸਟੇਟਮੈਂਟ ਵੀ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ ਦਾ ਹੀ ਇੱਕ ਟੂਲ ਆ। ਕਾਮਨ ਸਾਈਜ਼ ਸਟੇਟਮੈਂਟਸ ਨੂੰ ਅਸੀਂ ਵਰਟੀਕਲ ਐਨਾਲਿਸਿਸ ਵੀ ਕਹਿੰਦੇ ਆ। ਕੰਪੈਰੀਟਿਵ ਸਟੇਟਮੈਂਟਸ ਨੂੰ ਹੌਰੀਜ਼ੌਂਟਲ ਐਨਾਲਿਸਿਸ ਕਿਹਾ ਜਾਂਦਾ ਆ। ਕੰਪੈਰੀਟਿਵ ਸਟੇਟਮੈਂਟ ਦੇ ਵਿੱਚ ਅਸੀਂ ਕਿਸੇ ਫਾਈਨੈਂਸ਼ੀਅਲ ਸਟੇਟਮੈਂਟ ਦੀ ਕਿਸੇ ਵੀ ਇੱਕ ਫਿਗਰ ਨੂੰ ਉਸਦੀ ਪ੍ਰੀਵੀਅਸ ਈਅਰ ਦੀ ਫਿਗਰ ਦੇ ਨਾਲ ਕੰਪੇਅਰ ਕਰਕੇ ਔਰ ਉਹਦਾ ਚੇਂਜਸ ਕੈਲਕੂਲੇਟ ਕਰਕੇ ਪਰਸੈਂਟੇਜ ਦੀ ਫਾਰਮ ਦੇ ਵਿੱਚ ਉਹ ਚੇਂਜਸ ਸ਼ੋ ਕਰਦੇ ਸੀਗੇ। ਬਟ ਕਾਮਨ ਸਾਈਜ਼ ਸਟੇਟਮੈਂਟਸ ਦੇ ਵਿੱਚ ਅਸੀਂ ਕਿਸੇ ਵੀ ਫਾਈਨੈਂਸ਼ੀਅਲ ਸਟੇਟਮੈਂਟ ਦੀ ਕਿਸੇ ਵੀ ਇੱਕ ਫਿਗਰ ਨੂੰ ਉਸਦੀ ਪ੍ਰੀਵੀਅਸ ਈਅਰ ਦੀ ਫਿਗਰ ਦੇ ਨਾਲ ਕੰਪੇਅਰ ਨਹੀਂ ਕਰਦੇ, ਬਲਕਿ ਉਸਦੀ ਕਿਸੇ ਵੀ ਫਿਗਰ ਨੂੰ ਉਸੇ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚੋਂ ਕੋਈ ਇੱਕ ਕਾਮਨ ਬੇਸ ਲੈ ਕੇ ਉਹਦੀ ਪਰਸੈਂਟੇਜ ਦੀ ਫਾਰਮ ਦੇ ਵਿੱਚ ਸ਼ੋ ਕਰਦੇ ਹਾਂ। ਸੋ ਕਾਮਨ ਸਾਈਜ਼ ਸਟੇਟਮੈਂਟਸ ਨੂੰ ਲਈ ਵੀ ਅਸੀਂ ਦੋ ਤਰ੍ਹਾਂ ਦੀਆਂ ਸਟੇਟਮੈਂਟਸ ਤਿਆਰ ਕਰਦੇ ਹਾਂ, ਕਾਮਨ ਸਾਈਜ਼ ਬੈਲੈਂਸ ਸ਼ੀਟ ਅਤੇ ਕਾਮਨ ਸਾਈਜ਼ ਇਨਕਮ ਸਟੇਟਮੈਂਟਸ। ਕਾਮਨ ਸਾਈਜ਼ ਅੱਜ ਅਸੀਂ ਕਰਾਂਗੇ ਕਾਮਨ ਸਾਈਜ਼ ਬੈਲੈਂਸ ਸ਼ੀਟ। ਕਾਮਨ ਸਾਈਜ਼ ਬੈਲੈਂਸ ਸ਼ੀਟ ਦੇ ਵਿੱਚ ਜਿਹੜਾ ਅਸੀਂ ਬੇਸ ਕਾਮਨ ਲੈਣਾ ਆ ਉਹ ਅਸੀਂ ਬੈਲੈਂਸ ਸ਼ੀਟ ਦਾ ਟੋਟਲ ਲੈਣਾ ਆ। ਸੋ ਬੈਲੈਂਸ ਸ਼ੀਟ ਦੇ ਟੋਟਲ ਨੂੰ ਅਸੀਂ 100 ਦੀ ਫਾਰਮ 'ਚ ਯਾਨੀ ਐਜ਼ ਅ 100 ਲੈ ਕੇ ਸ਼ੋ ਕਰਨਾ ਆ ਅਤੇ ਬੈਲੈਂਸ ਸ਼ੀਟ ਦੀ ਹਰ ਫਿਗਰ ਨੂੰ ਉਸ ਦੇ ਟੋਟਲ ਦੇ ਨਾਲ ਕੰਪੇਅਰ ਕਰਕੇ ਪਰਸੈਂਟੇਜ ਦੀ ਫਾਰਮ ਦੇ ਵਿੱਚ ਉਹਨੂੰ ਲਿਖਣਾ ਆ। ਸੋ ਸਟੂਡੈਂਟ, ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਕਾਮਨ ਸਾਈਜ਼ ਬੈਲੈਂਸ ਸ਼ੀਟ ਦਾ ਫਾਰਮੈਟ ਕੀ ਆ। ਸਭ ਤੋਂ ਪਹਿਲਾਂ ਪਾਰਟੀਕੂਲਰਸ, ਦੈਨ ਪ੍ਰੀਵੀਅਸ ਈਅਰ ਫਿਗਰ, ਦੈਨ ਕਰੰਟ ਈਅਰ ਦੀ ਫਿਗਰ, ਉਸ ਤੋਂ ਬਾਅਦ ਪਰਸੈਂਟੇਜ ਆਫ ਟੋਟਲ ਪ੍ਰੀਵੀਅਸ ਈਅਰ, ਪਰਸੈਂਟੇਜ ਆਫ ਟੋਟਲ ਕਰੰਟ ਈਅਰ। ਸੋ ਇਸ ਤਰੀਕੇ ਦੇ ਨਾਲ ਅਸੀਂ ਫਾਰਮੈਟ ਤਿਆਰ ਕਰ ਲੈਣਾ। ਹੁਣ ਅਸੀਂ ਕਿਸੇ ਵੀ ਪ੍ਰੋਬਲਮ ਦੀ ਹੈਲਪ ਦੇ ਨਾਲ ਕਾਮਨ ਸਾਈਜ਼ ਬੈਲੈਂਸ ਸ਼ੀਟ ਬਣਾਉਣੀ ਸਿੱਖਾਂਗੇ। ਸਾਡੇ ਕੋਲ ਪ੍ਰੋਬਲਮ ਹੈ, ਪ੍ਰਿਪੇਅਰ ਦਾ ਕਾਮਨ ਸਾਈਜ਼ ਬੈਲੈਂਸ ਸ਼ੀਟ ਆਫ HK Computers Limited, equity and liabilities, shareholder funds, share capital, reserve and surpluses, non-current liabilities, long-term borrowings, current liabilities, trade payables. Next, assets given are assets ਦੇ ਵਿੱਚ non-current assets, fixed assets, non-current investments, current assets, inventories ਤੇ trade receivable given ਆ। ਹੁਣ ਇਸ ਪ੍ਰੋਬਲਮ ਦੀ ਹੈਲਪ ਦੇ ਨਾਲ ਅਸੀਂ ਕਾਮਨ ਸਾਈਜ਼ ਬੈਲੈਂਸ ਸ਼ੀਟ ਬਣਾਵਾਂਗੇ। ਓਕੇ ਸਟੂਡੈਂਟਸ, ਜਿਸ ਤਰ੍ਹਾਂ ਨਾਲ ਤੁਹਾਨੂੰ ਬੈਲੈਂਸ ਸ਼ੀਟ ਦਿੱਤੀ ਹੋਈ ਆ ਅਸੀਂ ਸੇਮ ਉਸੇ ਤਰ੍ਹਾਂ ਹੀ ਬੈਲੈਂਸ ਸ਼ੀਟ ਜਿਹੜੀ ਆ ਬਣਾ ਲੈਣੀ ਆ। ਸਭ ਤੋਂ ਪਹਿਲਾਂ ਦਿੱਤਾ ਹੋਇਆ ਆ ਇਕੁਇਟੀ ਐਂਡ ਲਾਇਬਿਲਿਟੀਜ਼, ਉਸ ਦੇ ਅੰਡਰ ਸ਼ੇਅਰ ਹੋਲਡਰ ਫੰਡਸ ਗਿਵਨ ਆ ਐਂਡ ਸ਼ੇਅਰ ਹੋਲਡਰ ਫੰਡਸ ਦੇ ਵਿੱਚ ਦਿੱਤਾ ਹੋਇਆ ਆ ਸ਼ੇਅਰ ਕੈਪੀਟਲ। ਸ਼ੇਅਰ ਕੈਪੀਟਲ ਜਿਹੜੀ ਪ੍ਰੀਵੀਅਸ ਈਅਰ ਦੀ ਹੈਗੀ ਆ ਯਾਨੀ 2017 ਦੀ ਜਿਹੜੀ ਸ਼ੇਅਰ ਕੈਪੀਟਲ ਹੈ ਉਹ ਦਿੱਤੀ ਹੋਈ ਆ 8 ਲੱਖ ਔਰ ਜਿਹੜੀ 2018 ਦੀ ਸ਼ੇਅਰ ਕੈਪੀਟਲ ਆ ਜਿਹੜਾ ਤੁਹਾਡਾ ਕਰੰਟ ਈਅਰ ਆ ਉਹਦੀ ਸ਼ੇਅਰ ਕੈਪੀਟਲ ਤੁਹਾਨੂੰ ਦਿੱਤੀ ਗਈ ਆ 11 ਲੱਖ। ਨੈਕਸਟ, ਰਿਜ਼ਰਵ ਐਂਡ ਸਰਪਲਸਿਸ। ਰਿਜ਼ਰਵ ਐਂਡ ਸਰਪਲਸ 17 ਦਾ ਹੈ 1 ਲੱਖ, 18 ਦਾ ਹੈ 2 ਲੱਖ। ਨੈਕਸਟ, ਨॉन ਕਰੰਟ ਲਾਇਬਿਲਿਟੀਜ਼। ਨॉन ਕਰੰਟ ਲਾਇਬਿਲਿਟੀਜ਼ ਦੇ ਵਿੱਚ ਲੌਂਗ ਟਰਮ ਬੋਰੋਵਿੰਗਸ ਗਿਵਨ ਨੇ 17 'ਚ 4 ਲੱਖ ਤੇ 18 'ਚ 6 ਲੱਖ। ਨੈਕਸਟ, ਕਰੰਟ ਲਾਇਬਿਲਿਟੀਜ਼। ट्रेड पेएबल गिवन है 2 lakh and 1 lakh। हम टोटल
15 lakh, 20 lakh। सो स्टूडेंट्स ये साडा हो गया लाइबिलिटी साइड का टोटल। हुण सैकेंड एसैट्स। तुहानूं कुछ भी करन दी जरूरत नहीं है, ये पूरी एज इट इज़ इसे तरह ही बैलेंस शीट तुहाडी बुक दे विच दित्ती हुई है, तुहाडी प्रॉब्लम दे विच दित्ती हुई है। सो तुसीं जस्ट की करना, उहनूं एज इट इज़ नोट कर लेना है। सब तो पहला ने नॉन करंट एसैट्स, उस दे अंडर आउंदे ने फिक्सड एसैट्स 10 लाख ते 12 लाख। उस तो बाद नॉन करंट इन्वेस्टमेंट्स 1,50,000 ते 2,50,000। नैक्सट ने करंट एसैट्स जिहदे विच दित्तियां होईयां आ इन्वेंटरीज 2 लाख, 3,50,000। नैक्सट है ट्रेड रिसीवेबल 1,50,000 ਅਤੇ 2 ਲੱਖ। ਹੁਣ ਅਸੀਂ ਇਸੇ ਤਰ੍ਹਾਂ ਇਹਦਾ ਵੀ ਟੋਟਲ ਕਰ ਲਾਂਗੇ 15 ਲੱਖ 20 ਲੱਖ। ਸੋ ਇਹ ਤਾਂ ਤੁਹਾਨੂੰ ਦਿੱਤੀ ਹੋਈ ਸੀਗੀ बैलेंस शीट, इसे तरह तुसी ਉਹਨੂੰ ਕੀ ਕਰ ਲਿਆ, नोट कर लिया। ਹੁਣ नैक्सट ਅਸੀਂ ਇਹਦੀ ਜਿਹੜੀ ਹੈਗੀ ਆ परसेंटेजिस कैलकुलेट करनी आ। जिवें कि मैं तुहानूं ऑलरेडी दस्सिया कि बैलेंस शीट दे विच असीं जिहड़ा बेस लैना आ वो टोटल नूं लैना। सो टोटल नूं तुसीं की करना 100 मान लेना, इट इज़ योर 100%। सो जिथे भी तुहाडा टोटल लिखिया होया आ, जिथे भी तुसीं टोटल लिखिया ने उत्थे तुसीं 100 ले लेना, ये तुहाडी 100% आ। सो हुण असीं हर फिगर नूं, बैलेंस शीट दी हर फिगर नूं इस टोटल दे नाल कंपेयर करना आ ते परसेंटेज कढनी आ। जिवें कि सब तो पहला शेयर कैपिटल ले लो, 2017 दे विच शेयर कैपिटल 8 लाख आ और टोटल कितना आ 15 लाख। सो असी 8 लाख नूं 15 लाख नाल कंपेयर करना, किद्दां करना, 8 लाख डिवाइड बाय 15 लाख मल्टीप्लाई बाय 100। 8 लाख नूं 15 लाख दे नाल डिवाइड करांगे ते 100 नाल मल्टीप्लाई करांगे तो साडा जिहड़ा आंसर आएगा वो आएगा 53.33%। इसे तरह 1 लाख डिवाइड बाय 15 लाख मल्टीप्लाई बाय 100 6.67%। 4 लाख डिवाइड बाय 15 लाख मल्टीप्लाई बाय 100 26.67%। 2 लाख डिवाइड बाय 15 लाख मल्टीप्लाई बाय 100 13.33%। और जो तुसी इहदा टोटल इन्हां परसेंटेजिस का टोटल भी करोगे तो देखियो तुहाडा टोटल 100 ही होएगा। इसे तरह नैक्सट नीचे आ जाओ, एसैट साइड ते आ जाओ 2017 दे। सब तो पहला फिक्स एसैट्स दिते हुए ने 10 लाख, टोटल कितना 15 लाख। 10 लाख डिवाइड बाय 15 लाख मल्टीप्लाई बाय 100 66.67%। 1,50,000 डिवाइड बाय 15 लाख मल्टीप्लाई बाय 100 10%। 2 लाख डिवाइड बाय 15 लाख मल्टीप्लाई बाय 100 13.33%। 1,50,000 डिवाइड बाय 15 लाख मल्टीप्लाई बाय 100 इट इज़ अ 10%। सो असी की किता, असी बैलेंस शीट दी हर फिगर नूं ओदे टोटल नाल डिवाइड करके 100 दे नाल मल्टीप्लाई करता। जिस तरह असी 2017 दियां परसेंटेजिस कैलकुलेट कीतियां, सेम उस तरीके दे नाल असी 2018 दियां परसेंटेजिस भी कैलकुलेट करांगे। सो शेयर कैपिटल है 11 लाख, 11 लाख डिवाइड बाय 20 लाख मल्टीप्लाई बाय 100 55%।
2 lakh divided by 20 lakh multiply by 100, 10%. 6 lakh divided by 20 lakh multiply by 100, 30%. 1 lakh divided by 20 lakh multiply by 100, 5%. So total of these 4, 55 plus 10, 65 plus 30, 95 plus 500. So ਇਹਨਾਂ ਦਾ ਟੋਟਲ ਵੀ ਤੁਹਾਡੇ 100 ਦੇ ਬਰਾਬਰ ਹੀ ਹੋਏਗਾ। ਸੇਮ ਉਸੇ ਤਰੀਕੇ ਦੇ ਨਾਲ नीचे एसल साइड का भी 12 लाख डिवाइड बाय 20 लाख मल्टीप्लाई बाय 100, 60%। 2,50,000 डिवाइड बाय 20 लाख मल्टीप्लाई बाय 100, 12.5%। 3,50,000 डिवाइड बाय 20 लाख मल्टीप्लाई बाय 100, 17.5%। 2 लाख डिवाइड बाय 20 लाख मल्टीप्लाई बाय 100, 10%। सो इहदा टोटल भी तुसी देख लो 60 प्लस 12.5 72.5 प्लस 17.5 72.5 प्लस 17.5 90 प्लस 10 100। सो इहदा टोटल भी तुहाडा 100 हो गया। सो स्टूडेंट्स बहुत ईजी आ कॉमन साइज बैलेंस शीट बनानी। कंपैरेटिव ਦੇ ਵਿੱਚ ਅਸੀਂ ਕੀ ਕਰਦੇ ਸੀ, ਅਸੀਂ ਕੰਪੇਅਰ ਕਰਦੇ ਸੀ ਫਿਗਰਸ ਨੂੰ। ਇੱਕ ਸਾਲ ਦੀ ਪ੍ਰੀਵੀਅਸ ਈਅਰ ਨਾਲ ਅਸੀਂ ਪਹਿਲਾਂ ਚੇਂਜਸ ਕੱਢਦੇ ਸੀ, ਮਾਈਨਸ ਕਰਦੇ ਸੀ, ਦੈਨ ਫਿਰ ਉਸ ਚੇਂਜ ਦਾ ਪਰਸੈਂਟੇਜ ਕਰਦੇ ਸੀ ਚੇਂਜ ਨੂੰ ਪ੍ਰੀਵੀਅਸ ਈਅਰ ਦੀ ਫਿਗਰ ਨਾਲ ਡਿਵਾਈਡ ਕਰਕੇ। ਬਟ ਕਾਮਨ ਸਾਈਜ਼ ਦੇ ਵਿੱਚ ਤੁਸੀਂ ਇਹੋ ਜਿਹਾ ਕੁਝ ਵੀ ਨਹੀਂ ਕਰਨਾ। ਤੁਸੀਂ ਕੀ ਕਰਨਾ ਆ, ਤੁਸੀਂ ਬਸ ਉਸ ਸਾਲ ਦੀ ਇੱਕ ਫਿਗਰ ਚੁੱਕਣੀ ਆ, ਉਹਨੂੰ ਉਹਦੇ ਟੋਟਲ ਦੇ ਨਾਲ ਡਿਵਾਈਡ ਕਰਨਾ ਆ ਤੇ 100 ਨਾਲ ਮਲਟੀਪਲਾਈ ਕਰਨਾ। ਸੋ ਇਸੇ ਤਰ੍ਹਾਂ ਉਹਦੀ ਹਰੇਕ ਫਿਗਰ ਨੂੰ ਜਿਹੜਾ ਆ ਉਹਦੇ ਟੋਟਲ ਦੇ ਨਾਲ ਡਿਵਾਈਡ ਕਰਕੇ 100 ਦੇ ਨਾਲ ਮਲਟੀਪਲਾਈ ਕਰਨਾ। ਸੋ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਥੈਂਕ ਯੂ।